ਨਵਾਂ ਜਨਮ ਹੁੰਦਾ ਜਾਂ ਨਵੇਂ ਸਿਰੇ ਤੋਂ ਜਨਮ ਹੁੰਦਾ। ਉਹਨੂੰ ਆਪਾਂ ਦੇਖਦੇ ਆ ਰਹੇ ਹਾਂ ਕਿ ਨਵੇਂ ਜਨਮ ਜਦੋਂ ਨਵਾਂ ਜਨਮ ਹੁੰਦਾ ਆ ਤੇ ਉਦੋਂ ਉਹਦੇ ਕੀ ਕੀ ਨਿਸ਼ਾਨ ਆ, ਆਪਾਂ ਉਹਨਾਂ ਨੂੰ ਕੀ ਕਰ ਰਹੇ ਹਾਂ ਪੂਰਾ ਨਜ਼ਦੀਕੀ ਤੋਂ ਦੇਖ ਰਹੇ ਹਾਂ। ਫਿਰ ਇਧਰ ਵੀ ਕਰਨਾ ਜੀ, ਚਲੋ ਦੇਖੋ हम भाई ये उतनी चलू वैसे उससे कोट काट के देखना है। हाँ ठीक है। जबूर 42 ਉਹਦੀ 1 ਤੇ 2 ਐਤ ਵਿੱਚ ਆਪਾਂ ਦੇਖ ਰਹੇ ਸੀ ਕਿ ਪਿਆਸ ਕਿੱਦਾਂ ਦੀ ਲੱਗ ਜਾਂਦੀ ਆ। ਹਾਲੇਲੂਇਆ। ਹਰਨੀ ਦੀ ਪਿਆਸ ਜਿਹਨੂੰ ਲੱਗਦੀ ਆ ਉਹ ਟੇਕੀ ਬਹਿ ਸਕਦਾ, ਨਿਸ਼ਾਨੀ ਕੀ ਆ ਉਹਨੇ ਟੇਕੇ ਬਹਿਣਾ, ਬਹਿ ਨਹੀਂ ਸਕਦਾ। ਹਾਲੇਲੂਇਆ। ਜੇ ਤੁਹਾਡੇ ਵਿੱਚ ਕਿਸੇ ਚੀਜ਼ ਦਾ ਨਿਸ਼ਾਨ ਹੈ ਨਾ ਕਿ ਬੰਦਗੀ ਤੋਂ ਬਗੈਰ ਰਹਿ ਸਕੋਗੇ, ਰਹਿ ਨਹੀਂ ਸਕੋਗੇ। उदन दिन दिन तुहानू खाली खाली जो लोग जो बंदगी तुसीं नहीं अटेंड करोगे, प्रार्थना नहीं करोगे, होर तरह उजड़े उजड़े जे हत्थां च तुहाडे जाने कि बैग भरिया होगा नोटां दा, पर तसल्ली होगी काम तो पूरा वधिया तरीके नाल चल रहा होगा, पर तसल्ली होगी तसल्ली नहीं। हालेलुया। मैं अगे भी मिसाल दी सी साडे चेलियां दे विच ही लड़का अमन है, हुण प्रभु की सेवा दे विच बहुत जशीले लड़के आ वो। जो प्रभु ने ग्रहण किया तो ग्रहण करते सार ही 1-2 दिनों के पवित्र आत्मा का मसा उन्होंने मिल गया और उस तो बाद फिर उन्हें प्रार्थना रोज चर्च के आके प्रार्थना चर्च सिर से चक्या होंगे से कले ने रोज अपनी मस्ती च लगा ही रहता। उन्होंने घर आ गया विआह, भरा का विआह, भरा का विआह तो भरा के विआह तो उत्थे विआह च जो रौला रप्पा होगा उत्थे मन ही नहीं लगी। वो विआह नूं छड्ड के चर्च में आ गया। चर्च स्टेज पर जी पौड़ी बनी हुई ना, पौड़ी थले जी जगह है वो लोग के बह गया, उत्थे धन्नवाद करी गया। विआह सारा बीत गया तो जो रोटी का टाइम आया रोटी खान चला गया। हालेलुया। हालेलुया। कुछ कुछ निशानी है मतलब ये तेरा जीवन उदा ही है, नॉर्मल ही आ। प्रभु के एडी जबरदस्त सर्व शक्तिमान परमेश्वर के वचन सुन के उसकी संगत करके भी जीवन तुहाडे उदा ही आ, कोई उत्साह नहीं, कोई जोश नहीं, कोई जिम्मेदारी नहीं। इसका मतलब जे तुहाडा कसूर निगा, अजे नवा जन्म होया, मन के बह जाओ इस गल। हालेलुया। फिर इस गल मन के बह जाओ जे नवा जन्म होया, नहीं किसी पूछने की लोड़ नहीं, ना किसी पादरी नूं ना किसी होर नूं, ते आपे समझ लो क्योंकि निशानी है वचन दे विच दे रहे देख रहे ना किदां आ। मेरी जान प्रभु तेरे लिए किदां प्यासी आ, किदां हिरनी पानियां दे लई प्यासी। ते किदां आ ना, किदां टिब्बे टिब्बे तपे पे आ, ਉਹਦੇ ਚ ਦੌੜੀ ਫਿਰਦੀ ਆ, ਪਿਆਸ ਆ, ਜੀਭ ਬਾਹਰ ਕੱਢੀ ਹੋਈ ਆ, ਹਾਂਫਦੀ ਫਿਰਦੀ ਆ। ਹਾਲੇਲੂਇਆ। ਕਿੰਨੀ ਤੇਜ਼ ਸਪੀਡ ਆ ਉਹਦੀ, ਕਿਤੇ ਨਾ ਕਿਤੇ ਪਾਣੀ ਕੀ ਹੋਵੇ ਮਿਲ। ਇਸੇ ਤਰੀਕੇ ਨਾਲ ਸਾਡੀ ਹਾਲਤ ਹੁੰਦੀ ਆ। ਵਚਨ ਦਾ ਜਿਹੜਾ ਪਾਣੀ ਆ ਉਹ ਸਾਨੂੰ ਕੀ ਆ, ਉਹ ਚਾਹੀਦਾ ਆ ਉਦੋਂ ਜਦੋਂ ਕਿ ਕੀ ਹੋਇਆ ਨਵਾਂ ਜਨਮ, ਸਾਡਾ ਨਵੇਂ ਜਨਮ ਦਾ ਜੋ ਸਿਸਟਮ ਚੱਲ ਰਿਹਾ, ਪਿਆਸ ਲੱਗ ਗਈ। ਹਾਲੇਲੂਇਆ। ਹਾਲੇਲੂਇਆ। ਆ ਜਾਓ पहला पत्रस पहला अध्याय 1 तो 8 में थोड़ा तेज गया से तसल्ली ना पढ़ना हो सकता है, यही कला कवर करिए क्योंकि विषय गहरा है, लंबा ले जाके फिर समझ ना आया पढ़ना। जरा हिंट लेके पहला पत्र पहला 1 तो 8 है, पहला पढ़ लो, ऐत पढ़ लो ताकि उसका प्रकाश भी समझ आ। पहला पत्र पहला अध्याय 8 है। ਜਿਹਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ, ਜਿਹਦੇ ਨਾਲ ਬਿਨ ਦੇਖੇ ਕੀ ਕਰ ਰਹੇ ਆ, ਪ੍ਰੇਮ ਰੱਖਦੇ ਹਾਂ। ਜਦ ਪ੍ਰਕਾਸ਼ ਆ ਰਿਹਾ ਆ तो प्रकाश ਨੂੰ देख के अपनी हालत ਦੀ नजर आ रही ਆ कि इस प्रकाश ने मैनू मेरी हालत की करती आ दिखा दी ਤੇ ਅਣਜਾਣੀ ਵਿੱਚ ਹੀ ਉਹਦੇ ਨਾਲ ਕੀ ਹੋਇਆ, ਪ੍ਰੇਮ ਆ ਗਿਆ। ਹਾਂ ਅਤੇ ਭਾਵੇਂ ਹੁਣ ਉਹਨੂੰ ਨਹੀਂ ਵੇਖਦੇ, ਭਾਵੇਂ ਉਹਨੂੰ ਦੇਖਦੇ ਵੀ ਨਹੀਂ ਗਏ, ਤਾਂ ਵੀ ਉਸ ਉੱਤੇ ਨੇਚਾ ਕਰਕੇ ਤਾਂ ਵੀ ਉਹਦੇ ਉੱਤੇ ਨੇਚਾ ਕਰਕੇ ਐਡਾ ਆਨੰਦ
ਕਰਦੇ ਹੋ ਐਡਾ ਆਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਵਰਣਨ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ। ਤੇਜ ਨਾਲ ਕੀ ਆ ਭਲਾ? ਭਰਿਆ ਪਿਆ, ਜਲਾਲ ਦੇ ਨਾਲ, ਰੌਸ਼ਨੀ ਦੇ ਨਾਲ ਭਰਿਆ ਪਿਆ ਆ। ਇੰਨਾ ਪਿਆਰ ਉਹਦੇ ਨਾਲ ਕਰਦੇ ਆ, ਵਰਣਨ ਤੋਂ ਬਾਹਰ ਯਾਨੀ ਕਿ ਉਹਨੂੰ ਬਿਆਨ ਕੀਤਾ ਜਾ ਸਕਦਾ ਨਹੀਂ, ਇੰਨਾ ਪਿਆਰ ਹੈ। ਹਾਲੇਲੂਇਆ। ਜੇ ਮੇਰੇ ਜੀਵਨ ਚ ਕਿਤੇ ਬਿਆਨ ਕਰਨ ਤੋਂ ਬਾਹਰ ਪ੍ਰਭੂ ਲਈ ਪਿਆਰ ਆ, ਤੇ ਜਿੱਥੇ ਪ੍ਰਭੂ ਦਾ ਕੰਮ ਹੋਊਗਾ ਉੱਥੇ ਮੈਂ ਹੋਊਂਗਾ। ਕੀ ਗੱਲ ਹੈ? ਜਿੱਥੇ ਪ੍ਰਭੂ ਦੀ ਬੰਦਗੀ ਹੋਊਗੀ ਮੈਂ ਉੱਥੇ ਹੋਊਂਗਾ। ਜਿੱਥੇ ਪ੍ਰਭੂ ਦੀ ਬੰਦਗੀ ਦਾ ਸੱਦਾ ਹੋਊਗਾ ਮੈਂ ਉੱਥੇ, ਜਿੱਥੇ ਪ੍ਰਭੂ ਦੀ ਬੰਦਗੀ ਦਾ ਪ੍ਰਾਰਥਨਾ ਦਾ ਸੱਦਾ ਹੋਊਗਾ ਮੈਂ ਉੱਥੇ ਹੋਊਂਗਾ। ਕਿਸੇ ਵੀ ਹਾਲਤ ਵਿੱਚ ਇਹ ਨਹੀਂ ਕਿ ਹੋਣਾ ਆ ਉੱਥੇ ਪਹੁੰਚਣਾ ਆ ਜਿੱਥੇ ਇਹਨੂੰ ਯਾਨੀ ਕਿ ਸਮਝੋ ਇੱਕ ਸਮੈਲ ਆ ਰਹੀ ਆ ਨਾ, ਕਿ ਉੱਥੇ ਪਾਣੀ ਹੈਗਾ, ਉਧਰ ਪਾਣੀ ਹੈਗਾ। ਹਾਲੇਲੂਇਆ। ਆਪਣੇ ਆਪ ਹੀ ਭੱਜੇ ਕਰਨਾ ਹੈ। ਹਾਂਜੀ, ਹੁਣ ਕੱਲ ਵਾਲਾ ਹੈ, ਦੇਖ ਲਓ, ਚੈੱਕ ਕਰ ਲਓ, ਤੇ ਮੈਂ ਆਰਾਮ ਨਾਲ ਬੋਲ ਦਿੰਦਾ। ਹੁਣ ਇਹ ਪਰਮੇਸ਼ਵਰ ਨੂੰ ਬਿਨਾਂ ਦੇਖੇ ਹੀ ਪ੍ਰੇਮ ਕਰਨ ਅਤੇ ਉਸ ਉੱਤੇ ਵਿਸ਼ਵਾਸ ਕਰਨ ਲੱਗਾ ਹੈ। ਕੰਡੀਸ਼ਨ ਇਹ ਆ, ਇਹ ਤਾਂ ਪਰਮੇਸ਼ਵਰ ਦਾ ਦੁਸ਼ਮਣ ਸੀਗਾ। ਕੀ ਸੀਗਾ ਭਲਾ? ਦੁਸ਼ਮਣ ਕਿਦਾਂ ਸੀਗੇ? ਪਾਪ ਕਰ ਲਿਆ ਸੀ ਆਦਮ ਜੀ। ਯਾਨੀ ਕਿ ਪਰਮੇਸ਼ਵਰ ਦੀ ਆਤਮਾ ਨਾਲ ਸਾਡੇ ਆਤਮਾ ਦਾ ਲਿੰਕ ਕੀ ਹੋਇਆ ਸੀ? ਟੁੱਟਾ ਪਿਆ ਸੀ। ਜੋ ਵੀ ਕੰਮ ਕਰਦੇ ਸੀ ਉਹਦੇ ਕੀ ਸੀਗੇ? ਉਲਟ ਸੀ। ਇਸ ਲਈ ਪਰਮੇਸ਼ਵਰ ਦੇ ਕੀ ਸੀਗੇ? ਦੁਸ਼ਮਣ ਸੀ। ਪਰਮੇਸ਼ਵਰ ਸਾਨੂੰ ਦੁਸ਼ਮਣ ਨਹੀਂ ਸਮਝਦਾ। ਅਸੀਂ ਆਪਣੇ ਵਿੱਚ ਕੀ ਕੰਮ ਕਰਦੇ ਸੀ? ਜੋ ਇੱਕ ਦੁਸ਼ਮਣ ਕੰਮ ਕਰਦਾ ਹੈ। ਹਾਲੇਲੂਇਆ। ਪਰਮੇਸ਼ਵਰ ਸਾਡਾ ਕਦੀ ਵੀ ਦੁਸ਼ਮਣ ਹੋਇਆ ਨਹੀਂ। ਦੁਸ਼ਮਣੀ ਕਿਹਨੇ ਪਾਈ ਹੈ ਭਲਾ? ਹਾਲੇਲੂਇਆ। ਇਹ ਤਾਂ ਪਰਮੇਸ਼ਵਰ ਦਾ ਦੁਸ਼ਮਣ ਸੀ। ਫਿਰ ਕਿਸ ਤਰ੍ਹਾਂ ਇਹ ਪਰਮੇਸ਼ਵਰ ਨਾਲ ਪ੍ਰੇਮ ਕਰਨ ਲੱਗ ਪਿਆ? ਹੁਣ ਤੱਕ ਵਚਨ ਦਾ ਬੀਜ ਅੰਦਰ ਨਹੀਂ ਆਇਆ। ਕੇਵਲ ਪਵਿੱਤਰ ਆਤਮਾ ਦੇ ਮੰਡਰਾਉਣ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਕੀ ਹੋ ਰਿਹਾ ਜੀ? ਬੀਜ ਨਹੀਂ ਅੰਦਰ ਆਇਆ, ਆਤਮਾ ਕੀ ਹੋ ਰਿਹਾ ਆ? ਮੰਡਲਾ ਰਿਹਾ ਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਆਤਮਾ ਮੰਡਲਾ ਰਿਹਾ, ਕਿਉਂਕਿ ਪਰਮੇਸ਼ਰ ਨੇ ਪ੍ਰੇਮ ਕੀਤਾ, ਪੁੱਤਰ ਦੇ ਦਿੱਤਾ। ਦੋ ਜਣਿਆਂ ਦਾ ਕੰਮ ਹੋ ਗਿਆ, ਪਰਮੇਸ਼ਰ ਦਾ ਪ੍ਰੇਮ ਤੇ ਪੁੱਤਰ ਦੇ ਦਿੱਤਾ ਨਾ। ਪੁੱਤਰ ਨੇ ਆਪਣੀ ਸਾਡੇ ਲਈ ਕੀਤੀ ਜਾਨ ਕਰਾਉਣੀ। ਤੇ ਪਵਿੱਤਰ ਆਤਮਾ ਬਾਰੇ ਪਤਾ ਕੀ ਲਿਖਿਆ? ਪਵਿੱਤਰ ਆਤਮਾ ਦੇ ਵਸੀਲੇ ਪਰਮੇਸ਼ਰ ਦਾ ਪ੍ਰੇਮ ਸਾਡੇ ਵਿੱਚ ਕੀ ਕੀਤਾ ਜਾਂਦਾ ਆ? ਡੋਲਿਆ ਜਾਂਦਾ। ਤੇ ਪ੍ਰੇਮ ਦੇ ਨਾਲ ਸੰਬੰਧਿਤ ਪਿਤਾ ਵੀ ਆ, ਪੁੱਤਰ ਵੀ ਆ, ਔਰ ਪਵਿੱਤਰ ਆਤਮਾ ਵੀ ਆ। ਪ੍ਰੇਮ ਕੀ ਕੀਤਾ ਜਾਂਦਾ? ਪਵਿੱਤਰ ਆਤਮਾ ਦਾ ਸਾਡੇ ਤੇ ਡੋਲ ਦਿੱਤਾ ਜਾਂਦਾ ਹੈ। ਹਾਲੇਲੂਇਆ, ਹਾਲੇਲੂਇਆ। ਸੋ ਪਵਿੱਤਰ ਆਤਮਾ ਜਦੋਂ ਮੰਡਲਾ ਰਿਹਾ ਆ, ਤੇ ਉਹ ਕੀ ਕਰ ਰਿਹਾ ਭਲਾ? ਪ੍ਰੇਮ ਨੂੰ ਕੀ ਕਰ ਰਿਹਾ? ਡੋਲ ਰਿਹਾ, ਉਡੇਲ ਰਿਹਾ। ਹਾਲੇਲੂਇਆ। ਸੋ ਪਵਿੱਤਰ ਆਤਮਾ ਦਾ ਪ੍ਰੇਮ ਸਾਡੇ ਸਰੀਰ ਨੂੰ ਕ੍ਰੋਸ ਕਰਦਾ ਹੋਇਆ, ਸਾਡੇ ਪ੍ਰਾਣ ਨੂੰ ਕ੍ਰੋਸ ਕਰਦਾ ਹੋਇਆ, ਸਾਡੇ ਕਿੱਥੋਂ ਤੱਕ ਜਾਂਦਾ ਆ? ਆਤਮਾ। ਹਾਲੇਲੂਇਆ, ਹਾਲੇਲੂਇਆ। ਕਿੱਥੋਂ ਤੱਕ ਚਲੇ ਜਾਂਦਾ ਬਈ? ਇੰਨਾ ਜ਼ਬਰਦਸਤ ਯਾਨੀ ਕਿ ਉਹਦਾ ਬਹਾਵ ਆ, ਪਵਿੱਤਰ ਆਤਮਾ ਦਾ ਬਹਾਵ ਆ। ਸਰੀਰ ਨੂੰ ਵੀ ਕ੍ਰੋਸ ਕਰ ਗਿਆ, ਕਿਉਂਕਿ ਧਰਤੀ ਕੀ ਹੋ ਰਹੀ ਆ? ਡੋਲ ਰਹੀ ਹੈ ਨਾ, ਡੋਲ ਰਹੀ ਆ। ਇਸ ਤਰੀਕੇ ਨਾਲ ਹਲਚਲ ਹੋ ਰਹੀ ਆ, ਉਤੋਂ ਉਹ ਡੋਲਿਆ ਜਾ ਰਿਹਾ। ਤਾਂ ਉਹ ਹਲਚਲ ਹੋਣ ਦੇ ਨਾਲ ਕੀ ਹੁੰਦਾ? ਜਿੱਦਾਂ ਛਾਣਨੇ ਚੋਂ ਥੱਲੇ ਨੂੰ ਗਿਰਦਾ ਜਾਂਦਾ ਨਾ, ਇਦਾਂ ਹੀ ਇਹ ਸਰੀਰ ਚੋਂ ਪੁਣ ਕੇ ਕਿੱਥੇ ਚਲਾ ਗਿਆ? ਪ੍ਰਾਣ ਚ। ਪ੍ਰਾਣ ਚੋਂ ਪੁਣ ਕੇ ਕਿੱਥੇ ਚਲਾ ਗਿਆ? ਆਤਮਾ। ਤੇ ਜਿੱਥੋਂ ਜਿੱਥੋਂ ਦੀ ਗਿਆ ਨਾ, ਸ਼ੁੱਧੀ ਕਰਦਾ ਗਿਆ। ਹਾਲੇਲੂਇਆ। ਜਿਹਨਾਂ ਹਿੱਸੇ ਵਿੱਚ ਵੀ ਗਿਆ, ਕੀ ਕਰਦਾ ਗਿਆ ਆ? ਸ਼ੁੱਧੀ ਕਰਦਾ ਗਿਆ, ਸ਼ੁੱਧੀਕਰਨ ਹੁੰਦਾ ਗਿਆ। ਹਾਲੇਲੂਇਆ। ਸੋ ਬੀਜ ਅੰਦਰ ਨਹੀਂ ਆਇਆ, ਕੇਵਲ ਪਵਿੱਤਰ ਆਤਮਾ ਦੇ ਮੰਡਰਾਉਣ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਪਰਮੇਸ਼ਵਰ ਮੁਕਤੀ ਦੀ ਬੁਨਿਆਦ ਦਾ ਕੰਮ ਇੰਨਾ ਠੋਸ ਤਰੀਕੇ ਨਾਲ ਕਰ ਰਿਹਾ ਹੈ। ਜਿਹੜੀ ਮੁਕਤੀ ਸਾਡੀ ਆ, ਇਹਦੀ ਵੀ ਇੱਕ ਬੇਸ ਆ ਨਾ, ਬੁਨਿਆਦ ਆ। ਉਹਦਾ ਕੰਮ ਬੜੇ ਠੋਸ ਤਰੀਕੇ ਨਾਲ ਕਰ ਰਿਹਾ ਆ, ਕਿਤੇ ਵੀ ਅਣਗਹਿਲੀ ਕਰਦਾ ਨਹੀਂ। ਸਾਡੇ ਮਿਸਤਰੀ ਲੱਗਾ, ਉਧਰ ਫਰਸ਼ ਲਗਾ ਰਿਹਾ। ਸਾਡੇ ਫਰਸ਼ 'ਚ ਕਾਫੀ ਗੜਬੜ ਸੀਗੀ, ਉਹ ਕਾਲੀ ਕਾਲੀ ਨਾਲ ਲਾਇਆ ਹੋਇਆ ਸੀ ਅਸੀਂ। ਉਹ ਕਹਿੰਦਾ ਭਾਈ ਮੈਨੂੰ ਇਦਾਂ ਕੰਮ ਖਰਾਬ ਕਰਨਾ ਆਉਂਦਾ ਨਹੀਂ, ਕਿ ਮੈਂ ਤਾਂ ਕੰਮ ਸਹੀ ਕਰਕੇ ਹੀ ਤੁਰਨਾ ਆ। ਤੇ ਉਹਨੇ ਸਵੇਰੇ ਯਾਨੀ ਕਿ ਕਰੀਬ 11 ਵਜੇ ਤੱਕ ਸਿਰਫ ਉਹਨੂੰ ਲੈਵਲ ਕਰਨ ਦੀ ਇੱਕ ਨੂੰ ਨਾ ਟਾਇਰ ਨੂੰ ਲਗਾ ਦਿੱਤੀ। ਹੁਣ ਤੁਸੀਂ ਦੇਖੋ ਕਿੰਨਾ ਜ਼ਬਰਦਸਤ ਫਰਸ਼ ਲਗਾਇਆ। ਹਾਲੇਲੂਇਆ। ਸੋ ਕਹਿੰਦਾ ਮਤਲਬ ਜੇ ਪਹਿਲੀ ਟਾਇਰ ਕਿਤੇ ਬਿੰਗੀ ਟੇਢੀ ਲੱਗ ਜਾਂਦੀ ਤੇ ਬਾਕੀ ਵੀ ਸਾਰਿਆਂ ਕਿਉਂ ਨਹੀਂ ਅਸੀਂ? ਸੋ ਉਹ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਵਿੰਗਾ ਸਿੱਧਾ ਪ੍ਰੋਗਰਾਮ ਨਹੀਂ ਰੱਖਣਾ ਚਾਹੁੰਦਾ। ਕਿੱਦਾਂ ਕਰਨਾ ਚਾਹੁੰਦਾ ਆ? ਬਿਲਕੁਲ ਸਿੱਧਾ, ਸਿੱਧਾ ਸਪਾਟ।
ਹਾਲੇਲੂਇਆ ਹਾਲੇਲੂਇਆ। ਕਿਉਂਕਿ ਜੇ ਸਾਡੇ ਤੋਂ ਅਸੀਂ ਪਹਿਲਾਂ ਵਾਲ ਚਾਲ ਵਾਲੇ ਆ, ਉਧਰੋਂ ਕੋਈ ਵਾਲ ਪਾ ਦਿੱਤਾ ਤੇ ਬੇਕਾਮ ਖਰਾਬ ਹੋਣਾ। ਸਮਝਦੇ ਕੁਛ? ਮੰਨ ਲਓ ਇੱਕ ਬਿੰਗਾ ਟੇਢਾ ਦਾ ਪੈਪ ਪਿਆ ਆ, ਇਹ ਚ ਸਿੱਧਾ ਡੰਡਾ ਪਾਉਣਾ ਹੈ, ਕਿੱਦਾਂ ਨਹੀਂ ਹੋਣਾ? ਸਿੱਧਾ ਡੰਡਾ ਪਾਉਣਾ ਤੇ ਉਹਦੇ ਵਾਲ ਚਾਲ ਕੀ ਹੁੰਦੇ ਜਾਣੇ ਆ ਪੈਪ ਦੇ। ਇਧਰੋਂ ਹੋਣੀ ਤਾਂ ਕਾਫੀ ਮਿਹਨਤ ਦਾ ਕੰਮ ਹੈ, ਵਿੱਚ ਉਧਰ ਠੋਕੀ ਜਾਣਾ ਆ, ਉਧਰ ਉਹਦੇ ਵਾਲ ਕਿੰਦੇ ਜਾਣੇ ਆ। ਤੇ ਜਿੱਧਰੋਂ ਪੈਪ ਵੀ ਡੰਡਾ ਵੀ ਵਿੰਗਾ ਟੇਢਾ ਜਿਹਾ ਹੋਵੇ ਤਾਂ ਦੋਨੇ ਹੁੰਦੇ ਨੇ। ਹਾਲੇਲੂਇਆ। ਸਾਡੇ ਵਾਲ ਛਾਲ ਕੱਢਣ ਲਈ ਪਰਮੇਸ਼ਰ ਆਪਣੇ ਚ ਵਾਲ ਰੱਖ ਕੇ ਨਹੀਂ ਸਾਡੇ ਚ ਕੰਮ ਕਰਨਾ ਚਾਹੁੰਦਾ। ਪਰਮੇਸ਼ਰ ਸਿੱਧਾ ਹੈ ਤੇ ਉਹਦੇ ਲੋਕ ਵੀ ਕੀ ਆ ਭਲਾ? ਸਿੱਧੇ ਹੈ। ਹਾਲੇਲੂਇਆ। ਉਹਦੇ ਲੋਕ ਕਿਦਾਂ ਸਿੱਧੇ ਹੁੰਦੇ? ਕਿ ਉਹਨੇ ਸਿੱਧੇ ਤਰੀਕੇ ਨਾਲ ਸਾਰਾ ਕੰਮ ਕਰਨਾ ਆ। ਸ਼ੈਤਾਨ ਕੀ ਕਰਦਾ ਭਲਾ? ਹਾਂ, ਉਹ ਸੱਪ ਦੀ ਤਸਵੀਰ ਹੈ ਨਾ, ਤੇ ਕੀ ਕਰਦਾ ਭਲਾ? ਉਹ ਵਾਲ ਛਾਲ ਦੇ ਨਾਲ ਹੀ ਪਾਉਂਦਾ ਆ, ਤੇ ਵਾਲ ਛਾਲ ਹੀ ਸਾਡੇ ਜੀਵਨ ਚ ਪਾਈ ਰੱਖਦਾ। ਸਾਡਾ ਕਿਸੇ ਨਾਲ ਪਿਆਰ ਆ, ਉਹ ਚ ਵੀ ਵਾਲ ਛਾਲ ਹੈ। ਕਿਸੇ ਨਾਲ ਬਿਜ਼ਨਸ ਹੈ, ਉਹਦੇ ਚ ਵੀ ਵਾਲ ਛਾਲ ਹੈ। ਕਿਸੇ ਨਾਲ ਕੁਝ ਵੀ ਬੋਲ ਚਾਲ ਹੈ, ਉਹਦੇ ਚ ਕੀ ਕੁਛ ਨਾ ਕੁਛ ਵਾਲ ਆ। ਵਾਲ ਦਾ ਮਤਲਬ ਕੁਛ ਨਾ ਕੁਛ ਮੈਨੂੰ ਚਾਹੀਦਾ ਤਾਂ ਮੈਂ ਇਹਦੇ ਨਾਲ ਚੱਲਣਾ ਆ, ਨਹੀਂ ਤਾਂ ਮੈਂ ਇਹਦੇ ਨਾਲ ਚੱਲ ਸਕਦਾ ਨਹੀਂ। ਇਹ ਸਾਡਾ ਸੰਸਾਰਿਕ ਤੌਰ ਤੇ ਵੀ ਆ, ਔਰ ਬਹੁਤੀਆਂ ਕਲੀਸਿਆਵਾਂ ਦੇ ਵਿੱਚ ਵਿਸ਼ਵਾਸੀਆਂ ਦੀ ਹਾਲ ਵੀ ਕੀ ਆ? ਇਦਾਂ ਦਾ। ਜੇ ਤਾਂ ਮੈਨੂੰ ਇੱਥੋਂ ਕੁਝ ਹੋ ਰਿਹਾ, ਮੇਰੀ ਕੋਈ ਸ਼ੋਭਾ ਹੋ ਰਹੀ, ਮੈਨੂੰ ਮਾਣ ਬਖਸ਼ਿਆ ਜਾ ਰਿਹਾ, ਜਾਂ ਮੈਨੂੰ ਕੋਈ ਇਨਕਮ ਇੱਥੋਂ ਆ ਰਹੀ ਹੈ, ਜਾਂ ਕੋਈ ਹਿੱਸੇਦਾਰੀ ਮਿਲ ਰਹੀ ਆ, ਤੇ ਫੇਰ ਹੀ ਮੈਂ ਇੱਥੇ ਟਿਕ ਸਕਦਾ ਆ, ਨਹੀਂ ਤਾਂ ਮੈਂ ਟਿਕ ਸਕਦਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਸ ਲਈ ਹੁਣ ਇੱਥੇ ਕੀ ਹੋ ਰਿਹਾ ਆ ਕਿ ਪਰਮੇਸ਼ਰ ਕਿੱਦਾਂ ਕਰ ਰਿਹਾ ਬੁਨਿਆਦ ਦਾ ਕੰਮ? ਠੋਸ ਤਰੀਕੇ ਦੇ ਨਾਲ, ਪੂਰੇ ਮਜ਼ਬੂਤ ਤਰੀਕੇ ਦੇ ਨਾਲ ਕਰ ਰਿਹਾ ਆ। ਜਿੱਥੇ ਵੀ ਖੋਦ ਕੇ ਕਿਤੇ ਵੀ ਪੋਲੀ ਤਾਂ ਤੇ ਨਹੀਂ ਰੱਖਣਾ ਚਾਹੁੰਦਾ। ਸਾਡੀ ਸਾਰੀ ਬੁਨਿਆਦ ਨੂੰ ਕੀ ਕਰਨਾ ਚਾਹੁੰਦਾ ਹੈ? ਪੂਰਾ ਜਿੱਥੇ ਸਖਤ ਜ਼ਮੀਨ ਆ, ਪਥਰੀਲੀ ਜ਼ਮੀਨ ਆ, ਉੱਥੇ ਜਾ ਕੇ ਉਹਨੇ ਭਾਵੇਂ ਕਿੰਨਾ ਕਿਉਂ ਨਾ ਗਹਿਰਾ ਪਟਣਾ। ਹਾਲੇਲੂਇਆ ਹਾਲੇਲੂਇਆ। ਸੋ ਜਦੋਂ ਗਹਿਰਾ ਪਟ ਹੁੰਦਾ ਆ, ਉਦੋਂ ਕਈ ਵਾਰੀ ਆਪਾਂ ਬੇਦਲ ਜਿਹੇ ਹੋ ਜਾਂਦੇ ਆ। ਕਿੰਨਾ ਟਾਈਮ ਹੋ ਗਿਆ, ਗੱਲ ਬਣੀ ਨਾ, ਕੰਮ ਧੰਦਾ ਸੂਤ ਆਇਆ, ਨਾ ਪ੍ਰਾਰਥਨਾ ਚ, ਨਾ ਕੁਛ ਇਹਦਾ ਉਹਦਾ ਸੋਚਦੇ ਨੇ। ਪਰ ਤੁਸੀਂ ਦੇਖੋ, ਜੇਕਰ ਤੁਸੀਂ ਸੱਚੇ ਮਨੋਂ ਪ੍ਰਭੂ ਦੇ ਨਾਲ ਚੱਲ ਰਹੇ ਆ ਨਾ, ਤੇ ਦੱਸੋ ਪ੍ਰਭੂ ਬੇਵਫਾ ਹੈ? ਕੀ ਹੈ? ਤੇ ਤੁਸੀਂ ਪਰਮੇਸ਼ਰ ਨਾਲ ਗੱਲ ਕਰ ਸਕਦੇ? ਸੱਚੇ ਮਨੋਂ ਚੱਲੇ ਤੇ ਤੂੰ ਸਾਡਾ ਕੰਮ ਨਹੀਂ ਕਰ ਰਿਹਾ। ਕਹਿੰਦਾ ਤੂੰ ਸੱਚੇ ਮਨੋਂ ਚੱਲ ਰਿਹਾ, ਪਰ ਜਿਹੜਾ ਮੈਂ ਤੇਰਾ ਕੰਮ ਕਰਨਾ ਨਾ, ਉਹਦਾ ਅਜੇ ਬੇਸ ਬਣਿਆ, ਉਹਦਾ ਆਧਾਰ ਬਣਿਆ, ਉਹਦਾ ਆਧਾਰ ਨਹੀਂ ਬਣਿਆ। ਤੂੰ ਆਪਣੀ ਤਾਂ ਤੇ ਇੱਥੋਂ ਤੱਕ ਠੀਕ ਆ, ਪਰ ਮੇਰਾ ਕੰਮ ਅਜੇ ਕੀ ਹੈ ਭਲਾ? ਜਿਹੜੀ ਬਰਕਤ ਮੈਂ ਤੈਨੂੰ ਦੇਣੀ ਆ ਨਾ, ਮੈਂ ਇਦਾਂ ਹੀ ਇਸ ਸਥਿਤੀ ਵਿੱਚ ਦੇਣੀ ਨਹੀਂ। ਮੈਨੂੰ ਅਜੇ ਤੂੰ ਆਪਣੇ ਮਨ ਵਿੱਚ ਸੱਚਾ ਆ, ਪਰ ਕਈ ਨੁਕਰਾਂ ਵਿੱਚ ਜੰਗਾਲ ਲਗਾ ਰਿਹਾ। ਹਾਲੇਲੂਇਆ ਹਾਲੇਲੂਇਆ। ਇਸ ਲਈ ਮੈਂ ਕੀ ਕਰਨਾ? ਉਹ ਸਾਰਾ ਪੋਲਾਪਨ ਕੀ ਕਰਨਾ ਪੈਣਾ? ਖਤਮ ਕਰਨਾ। ਇਸ ਤਰੀਕੇ ਨਾਲ ਠੋਸ ਤਰੀਕੇ ਨਾਲ ਖੁਦਾ ਕੀ ਕਰਦਾ? ਕੰਮ ਕਰਦਾ ਸਾਡੀ ਮੁਕਤੀ ਦੇ ਕੰਮ। ਹਾਲੇਲੂਇਆ ਕਰ ਰਿਹਾ ਹੈ ਕਿ ਵਚਨ ਦਾ ਬੀਜ ਆਏ ਬਿਨਾ ਹੀ, ਲਾਈਨ ਚੰਗੀ ਤਰ੍ਹਾਂ ਸਮਝੋ, ਪਰਮੇਸ਼ਰ ਮੁਕਤੀ ਦੀ ਬੁਨਿਆਦ ਦਾ ਕੰਮ ਇੰਨਾ ਠੋਸ ਤਰੀਕੇ ਨਾਲ ਕਰ ਰਿਹਾ ਹੈ ਕਿ ਵਚਨ ਦਾ ਬੀਜ ਆਏ ਬਿਨਾ ਹੀ ਇਹ ਮਨੁੱਖ ਪਰਮੇਸ਼ਰ ਨਾਲ ਪ੍ਰੇਮ ਕਰ ਰਿਹਾ ਹੈ। ਅਸਲ ਚ ਚਾਹੀਦਾ ਕਦੋਂ ਸੀਗਾ? ਬੀਜ ਆਉਣ ਤੋਂ ਬਾਅਦ। ਪਰ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਖਿੱਚ ਦੇਖ ਲਓ ਕਿੰਨੀ ਹੈ, ਜਿਹਨੂੰ ਅਗਾਪੇ ਪ੍ਰੇਮ ਕਹਿੰਦੇ ਨੇ, ਯਿਸੂ ਦੇ ਪ੍ਰੇਮ ਕਹਿੰਦੇ ਆ। ਖਿੱਚ ਉਹਦੇ ਚ ਦੇਖ ਲਓ ਕਿੰਨੀ ਹੈ। ਹਾਲੇਲੂਇਆ। ਆਪਣੇ ਆਪ ਹੀ ਮੋਹਿਤ ਹੁੰਦਾ ਜਾ ਰਿਹਾ। ਅਸੀਂ ਬੁੜਬੁੜਾਉਂਦੇ ਕਿਉਂ ਹਾਂ? ਇੱਥੇ ਸਾਡੇ ਲਈ ਇੱਕ ਸਵਾਲ ਉੱਠਦਾ ਹੈ, ਅਸੀਂ ਬੁੜਬੁੜਾਉਂਦੇ ਕਿਉਂ ਹਾਂ? ਕਈ ਵਾਰ ਬੁੜਬੁੜਾਉਂਦੇ ਨਾ, ਕਿਸੇ ਵੀ ਮਸਲੇ ਦੇ ਕਾਰਨ ਬੁੜਬੁੜਾਉਂਦੇ ਹਾਂ। ਅਸੀਂ ਬੁੜਬੁੜਾਉਂਦੇ ਕਿਉਂ ਹਾਂ? ਕਿਉਂਕਿ ਸਾਡੇ ਵਿੱਚ ਅਜੇ ਨਵਾਂ ਜਨਮ ਹੋਇਆ ਨਹੀਂ। ਸਾਡੇ ਅੰਦਰ ਅਜੇ ਨਵਾਂ ਜਨਮ ਨਹੀਂ ਹੋਇਆ, ਤਾਂ ਕਰਕੇ ਬੁੜਬੁੜਾਉਣ ਦਾ ਪ੍ਰੋਗਰਾਮ ਹੁੰਦਾ ਹੈ। ਜੇ ਤਾਂ ਅਸੀਂ ਕੀ ਕਰਦੇ ਹਾਂ? ਇੰਤਜ਼ਾਰ ਦੇ ਵਿੱਚ ਰਹਿੰਦੇ, ਇੰਤਜ਼ਾਰ ਚ ਰਹਿੰਦੇ, ਅੱਜ ਨਹੀਂ ਤੇ ਕੱਲ ਮੇਰੀ ਪ੍ਰਾਰਥਨਾ ਪ੍ਰਭੂ ਸੁਣੇਗਾ। ਹਾਲੇਲੂਇਆ। ਪਰਮੇਸ਼ਰ ਨੇ ਬੀਜ ਲਈ ਜ਼ਮੀਨ ਤਿਆਰ ਕਰ ਦਿੱਤੀ ਹੈ। ਇੱਥੇ ਤੱਕ ਸੀ ਠੀਕ ਹੈ। ਪਰਮੇਸ਼ਰ ਨੇ ਬੀਜ ਲਈ ਜ਼ਮੀਨ ਤਿਆਰ ਕਰ ਦਿੱਤੀ ਹੈ। ਜਿੱਦਾਂ ਕਿਸਾਨ ਨਹੀਂ ਕਰਦਾ,
कि कितना तैयार करता जमीन थोड़ा जिहा कुछ आइडिया ला दो माड़ा हलवा रोड़ी करता है। अच्छा हल उदा ही बाद हुंदा हल तो पहला किंदा चल पानी लाਉਂਦਾ है पानी लाਉਂਦਾ पोला पोला करदा पोली करदा फिर हल फेरदा फिर विचों की करदा हल फेर के घाह फूस जोड़ा झाड़िया चिड़िया को बदरी का प्रोग्राम वो करदा हालेलुया फिर बीजदा जी इदां ही है भी परमेश्वर ने बीज ਲਈ ਜ਼ਮੀਨ ਤਿਆਰ ਕਰ ਦਿੱਤੀ ਹੈ ਜੋ ਵੀ ਝਾੜੀਆਂ ਝੂੜੀਆਂ ਇੱਧਰ ਉੱਧਰ ਕਰ ਦਿੱਤੀਆਂ ਸਾਰਾ ਸਿਸਟਮ ਹੁਣ ਇਹ ਆਨੰਦ ਦੇ ਨਾਲ ਬੀਜ ਗ੍ਰਹਿਣ ਕਰਨ ਲਈ ਤਿਆਰ ਹੈ ਕਿੱਦਾਂ ਤਿਆਰ ਹੈ ਆਨੰਦ ਦੇ ਨਾਲ ਬੀਜ ਗ੍ਰਹਿਣ ਕਰਨ ਲਈ ਕੀ ਆ ਤਿਆਰ ਹੈ ਨਵੇਂ ਜਨਮ ਦੇ ਵੇਲੇ ਇਸ ਨੂੰ ਸਿਰਫ ਪਾਪ ਦਾ ਅਹਿਸਾਸ ਹੋਇਆ ਹੈ ਨਵੇਂ ਜਨਮ ਦੇ ਵੇਲੇ ਕੀ ਹੋਇਆ ਵੀ ਇਹਨੂੰ पाप का एहसास होया है कि मैं की हाँ पापी हाँ ते कादे विच हाँ पाप दे विच आप भी पापी ते विच भी कहदे हाँ पाप दे पापी हाँ पापी समुद्र दे विच हाँ अजे इसने पाप मन्निया नहीं नवे जन्म दे विच की होया भी तीन कंडीशनां तुहानूं दस्सियां नवा जन्म परिवर्तन और धर्मी ठहराए जाना पहली कंडीशन च नवा जन्म आ नवे जन्म च की होया है भला पाप दे विच की होया ने पाप हजे मन्निया नहीं पाप दा की हो गया है अपने ते भी वो चिक्कड़ देख लिया है ते जेदे च खड़ा है वो चिक्कड़ नूं भी देख लिया वो संसार नूं भी देख लिया संसार वाली अभिलाषा का पाप जिहड़ा चढ़िया पिया उन्होंने भी उन्हें की कर लिया है देख लिया पर हजे मन्निया नहीं पर परमेश्वर ने अपना काम किया पहले टाइप का काम कर दिता रोशनी चमकाई हुई है जिहदे मेरे ते चमकदी है हालेलुया सो मैंने तो सारा कुछ की कर रहा है चंगी तरह देख लिया इसलिए ये अजे भी वापस जा सकता है कई दिन इदा हुंदा वो कहते नहीं भाई तो काम तुहाडा बड़ा औखा आ सी उत्थे चीज़ां देवी देवतियां च जां फलानियां बदमस्तियां च पुराने जीवन च ठीक है हालेलुया पर ਜਿਹਦੇ ਅੰਦਰ ਰੱਬ ਨੂੰ ਜਾਣਨ ਦੀ ਭੁੱਖ ਆ ਉਹਦੇ ਕੋਲੇ ਸੁਭਾਗੇ ਆ ਮੈਂ ਤਾਂ ਕਿਸੇ ਵੀ ਤਰੀਕੇ ਨਾਲ ਰੱਬ ਨੂੰ ਕੀ ਕਰਨਾ ਆ ਜਾਣਨਾ ਹੈ ਪਾਉਣਾ ਹੈ ਹਾਲੇਲੂਇਆ ਵਾਪਸ ਜਾ ਸਕਦਾ ਆ ਉਹ ਤੇ ਕੰਡੀਸ਼ਨ ਆ ਹਾਲੇਲੂਇਆ ਸੋ ਵਾਪਸ ਜਾ ਸਕਦੇ ਤੋਂ ਭਾਵ ਕੀ ਆ ਪਰਮੇਸ਼ਰ ਇੱਕ ਮੈਂ ਥੋੜਾ ਜਿਹਾ ਟਾਈਮ ਲਵਾਂਗਾ ਤੁਹਾਡੇ ਕੋਲ ਇੱਕ ਇਨਸਾਨ ਜਦੋਂ ਇੱਕ ਟਾਈਮ ਤੇ कभी परमेश्वर के लिए उन्हें मन में सोच रखी कि कोई सच्चा परमेश्वर है ये बाकी सारे टाइम परमेश्वर ने क्यों ला दिता उन्होंने 30-40 साल या 50 साल हो लैन दिते क्योंकि उन्हें परमेश्वर नूं भी जानना चाहता सी पर अपनी इच्छा छड्डनी भी चाहता अपने तरीकों नूं छड्डना भी चाहता अपनी बुद्धि नूं खत्म करना भी चाहता इसलिए परमेश्वर ने उन्होंने लड़ाउन दिता एक टाइम पे उन्हें हथ खड़े किए परमेश्वर ने चानन कर दिता चानन करता तो हजे भी परमेश्वर की कर रहा है चानन करके गल किते छड़ रहा है ये चाहे तो वापस जा सकता है इस चक्कर च रह सकता है हालेलुया परमेश्वर का इनकार कर सकता है वापस जा सकता परमेश्वर का इनकार कर सकता बहुते कर गए बहुते की हो गए भला कर गए हाँ हाँ बहुत ही कर नहीं परमेश्वर का इनकार कर सकता है हाँ नवे जन्म का अनुभव ये खतरनाक गल है नवे जन्म का अनुभव बार बार नहीं हुंदा ठीक है जी ये जिहड़ा है दूसरे शब्दों में जे तुहानूं गल समझ आवे परमेश्वर के आत्मा की मेरे आत्मा नाल संग जिहड़ा होना है ना जिदा आदम ने हवा नाल संग किया शरीरक तौर पर औलाद पैदा हो गई हालेलुया मेरे नाल मेरी आत्मा नाल परमेश्वर की आत्मा नाल संग होंदा ते औलाद पैदा होंदी है वो कौन है यीशु मसीह मेरे विच किहदा रूप पैदा हो जांदा है सो मेरी आत्मा नाल परमेश्वर की आत्मा का अगर संग होना है आत्मा की गल करदा मैं मेरी आत्मा का परमेश्वर की आत्मा नाल संग होना एक ही मौका है अपने को ये बार बार है नहीं इस स्थिति जो चानन परमेश्वर ने चमका दिता ਉਹਦੇ बावजूद भी जेकर कोई वापस चला गया दोबारा चांस हैगा जिन्ना मर्जी रोई पिटी जाए वापस आने की कोशिश करे फिर कोई चांस हैगा नहीं हालेलुया
इसलिए कुछ खतरनाक गल्लां हैगियां। नवे जन्म का अनुभव बार बार नहीं हुंदा, लिख लिया। इसलिए अजिहा मनुख जिसने ज्योति पाई, इसलिए खबरदारी की आ, इसलिए अजिहा मनुख जिसने ज्योति पाई अते जेकर वो वापस चला गया, जेड़ा ज्योति पा के भी उस प्रकाश नूं पा के भी वापस चला गया, उस दे लई फिर दोबारा ये अनुभव पाना मुश्किल आ। वो पता नहीं कितना टाइम परमेश्वर ने लैके किन्ने प्लान करके तेनों मोड़ घोड़ कर कर आके हक हुक के उस थां ते ले आंदा जिथे तू राजियां दे राजे दा वंश बनना सी, पिता दी संतान बनना सी, ओदा वारिस बनना सी, ओदे तखत दा भाईवाल बनना सी। किड्डी तकड़ी योजना सी। पर इत्थे आके भी चमक पा के भी तू जेकर वापस चला गया तो फिर तेरे लिए कोई मौका नहीं है। हालेलुया, हालेलुया। तुहानू गल समझ आनी मुश्किल है, पर फिर भी तुहानू दस दिने। एक औरत गर्भवती होगी, जेकर यानी कि समझ लो दूसरे तीसरे महीने बिच ही गर्भ गिर गया तो वह वापस वो पाया जा सकता नहीं। जे तुहानू समझ आ गई तो इन्नी की गल करूंगा, इन्नी की गल। हालेलुया। वो वापस पाया जा सकता। इसी तरीके नाल परमात्मा का स्वरूप जिहड़ा मेरे च आया, जदों मैं इनकार किया तो मेरे चो की होना, डिग जाना। ते जे डिग गया क्योंकि वो अजे रूप दे विच कच्चापन सी, ਉਹਨੂੰ ਫੇਰ ਦੁਬਾਰਾ कुछ भी किया जा सकता, किया नहीं जा सकता। जे तुहानू गल समझ आ रही है हालेलुया। नहीं तो फेसबुक के द्वारा बार बार इस पॉइंट नूं सुन लिओ। जिद्दां शरीरक तौर पर एक संबंध हुंदा है, इदां ही आत्मिक तौर पर भी एक संबंध है। हालेलुया, हालेलुया। आ जाओ। फिर दोबारा ये अनुभव पाना मुश्किल है, क्योंकि ये पूरा काम परमेश्वर दा है। क्योंकि किहदा काम है भाई? पूरा काम परमेश्वर का है। इस परमेश्वर के काम तो जे तू इनकार कर दिता, अगे कोई चांस हैगा नहीं। ये किसी ने समझ आ रही है तो ठीक है। इसलिए कहा जाता है मुक्ति कमाई नहीं जाती, ये परमेश्वर का दान है। देखो कभी मैं इन्हू कमा लवा है ना, पुठा लटक के बर्फा में बह के साधना करके मैं पावां सालां बदी बैठा रहा, मेरे थल्ले नूं कीड़े खा जान, तां भी मैं मुक्ति कमा सकदा नहीं। ये मुक्ति किधरों आ भला? परमेश्वर दा दान है। हालेलुया। इहदे लई परमेश्वर दे सन्मुख की होना पैना है, पेश होना पैना है। जे तो कहूं परमेश्वर नूं मैं मजबूर कर देवां अपने धर्म के काम करके, परमेश्वर तेरे धर्म के काम मेरे सामने पाटियां लीरां वधिया। हालेलुया। तो केड़े जागरण करके या केड़ा जप तप करके केड़ी जगह ते बैठ के ते केड़ी रिधि निधि सिद्धि करके तू पापिया पापी स्थाना दे विच रह के तू केड़े तरीके नाल उस पवित्र परमेश्वर तो मुक्ति पा सकदा है, जेकर ओही पहल ना करे तां। हालेलुया, हालेलुया। सो ये दलदल विच जिहड़ा धसिया होया ना, ये जिन्ना हथ पैर मारन दी कोशिश करूगा की होना है? दलदल इदा की चीज है जो उभरना चाहो कोशिश करोगे ज्यादा जाओगे। आज जिन्ना भी जमाना कोशिश कर रहा है वो ज्यादा ही होता जा रहा है। अपनी भक्ति की कोशिश है ना, अपने पहरावियां की माला बाणियां की है ना, अपनी साधना की या जप तप की जो कुछ भी कर रहे हैं वो सोचते अपनी बुद्धि ना अपनी खुदी दे नाल खुदा नूं पा लवांगे, वो प्रोग्राम हो सकता नहीं। हालेलुया। ये तो दसदे दसदे जे तेरा मुंह भी इन्ना करा गया उदों भी तेन ध्यान है भी मेरे लिए मुश्किल आ, परमात्मा उदों भी तेन की कर सकता। देखा खुबन जो तेन की करता है, कढ़दा आ ते चट्टान ते तेन खड़ा करदा है, गहीरे चो कढ़दा आ ते पतवंतियां विच बिठाउंदा। हालेलुया। तो समझ आ गया इन्ना के सा नवे जन्म दे इस गल प्यास किदां दी आ?
ਹਾਲੇਲੂਇਆ। ਔਰ ਇਸ ਪਿਆਸ ਦੇ ਵਿੱਚ ਅਸੀਂ ਕੀ ਕਰਨਾ ਹੈ, ਉਹ ਪ੍ਰਮਾਤਮਾ ਨੂੰ ਪਤਾ ਲੱਗਣਾ ਚਾਹੀਦਾ ਹੈ ਨਾ ਕਿ ਇਹਨੇ ਭੱਜ ਦੌੜ ਚਾਲੂ ਰੱਖੀ ਹੋਈ ਹੈ, ਮੈਨੂੰ ਪਾਉਣ ਲਈ ਇਹ ਰੁਕਿਆ ਜਾਂ ਇਹ ਮੁੜਿਆ ਨਹੀਂ, ਇਹਨੇ ਪਾਣੀ ਦੇ ਸਥਾਨ ਤੇ ਪਹੁੰਚਣਾ ਹੈ। ਹਾਲੇਲੂਇਆ। ਆ ਜਾਓ, ਇਹ ਸੀਗਾ ਪਹਿਲਾ ਪੜਾਅ ਆਪਾਂ ਕ੍ਰੋਸ ਕਰ ਰਹੇ ਹਾਂ। ਜਦ ਮੈਂ ਤੁਹਾਨੂੰ ਸੱਚ ਆਖਦਾ, ਜੇਕਰ ਕੋਈ ਜਨ ਨਵੇਂ ਸਿਰੋਂ ਪੈਦਾ ਨਾ ਹੋਵੇ ਪਰਮੇਸ਼ਰ ਦੇ ਰਾਜ ਨੂੰ ਦੇਖ ਆ ਗੱਲ ਆ ਨਵੇਂ ਜਨਮ। ਹਾਲੇਲੂਇਆ। ਜਿਹਨੂੰ ਆਪਾਂ ਇੰਨਾ ਰਗੜ ਕੇ ਪਹੁੰਚੇ। ਸੋ ਨਵੇਂ ਸਿਰਿਓਂ ਜਿਹੜਾ ਜਨਮ ਆ ਉਹਦੇ 3 ਪੜਾਅ ਆ। ਪਹਿਲੇ ਪੜਾਅ ਨੂੰ ਆਪਾਂ ਕ੍ਰੋਸ ਕੀਤਾ ਆ, ਉਹਦੀਆਂ ਆਪਾਂ ਜਿਹੜੀਆਂ ਕੰਡੀਸ਼ਨਾਂ ਆ ਪੜੀਆਂ, ਇਹਨਾਂ ਨੂੰ ਐਤਾਂ ਵਿੱਚ ਤੁਸੀਂ ਬਾਰ-ਬਾਰ ਪੜਿਓ, ਵਚਨ ਨੂੰ ਬਾਰ-ਬਾਰ ਸੁਣਿਓ ਤਾਂ ਕਿ ਸਮਝ ਆ ਜਾਏ ਜਿੰਨੀਆਂ ਵੀ ਗੱਲਾਂ ਆਪਾਂ ਦੇਖੀਆਂ। ਹੁਣ ਇਹਦੇ ਵਿੱਚ ਦੂਸਰਾ ਪੜਾਅ ਹੈਗਾ ਆ ਪਰਿਵਰਤਨ, ਤਬਦੀਲੀ। ਨਵੇਂ ਜਨਮ ਵਿੱਚ ਰੋਸ਼ਨੀ ਚਮਕ ਗਈ, ਹਾਲਤ ਦਿਸ ਗਈ, ਹੁਣ ਤਬਦੀਲੀ ਆ। ਸਾਰੀ ਦੀ ਸਾਰੀ ਕਿਤੇ ਛੱਡਦੀ ਆ ਮਨੁੱਖ ਤੇ। ਪਹਿਲਾ ਕੰਮ ਸਾਰੇ ਦਾ ਸਾਰਾ ਕਿਹਦੇ ਕੋਲ ਆ, ਉਹਦੇ ਚਰਤੀ, ਪਰ ਮਨੁੱਖ ਦੀ ਸਹਾਇਤਾ ਲਈ ਨਹੀਂ। ਹੁਣ ਕਾਹਤੇ ਛੱਡਦਾ ਆ, ਆਪਾਂ ਰੋਸ਼ਨੀ ਚਮਕਾਤੀ, ਭਾਈ ਨਿਕਲਣਾ ਚਾਹੁੰਦਾ ਤਾਂ ਦੱਸ, ਤੇ ਜੇ ਨਿਕਲਣਾ ਚਾਹੁੰਦਾ ਤਾਂ ਤੈਨੂੰ ਕੀ ਕਰਨਾ ਪੈਣਾ, ਇਕਰਾਰ ਕਰਨਾ ਪੈਣਾ। ਆਪਣੀਆਂ ਗਲਤੀਆਂ ਦਾ ਕੀ ਕਰਨਾ ਪੈਣਾ, ਇਕਰਾਰ ਕਰਨਾ ਪੈਣਾ। ਹਾਲੇਲੂਇਆ। ਮਨ ਨੂੰ ਕੀ ਕਰਨਾ ਪੈਣਾ ਆ, ਬਦਲਣਾ ਪੈਣਾ। ਉਹਨੂੰ ਕਹਿੰਦੇ ਪਰਿਵਰਤਨ। ਦੇਖੋ ਪਰਿਵਰਤਨ। ਨੰਬਰ 2 ਮੋਟਾ ਕਰਕੇ ਵੱਡਾ ਕਰਕੇ ਲਿਖਿਓ, ਭਾਵੇਂ 2 ਲਾਈਨਾਂ ਜਾਵੇ, ਪਤਾ ਲੱਗ ਜਾਏ ਅਗਲਾ ਪੁਆਇੰਟ ਹੈ। परिवर्तन ब्रैकेट में लिख लो तब्दीली, परिवर्तन। लिख लो हुण तक इन्ना काम इस मनुख के अनजाणपुणे विच ब्रैकेट विच बेहोशी विच इस दे सहयोग दे बिना ही होया है। हुण तक इन्ना काम इस मनुख के अनजाणपुणे ब्रैकेट बेहोशी ब्रैकेट बंद बेहोशी विच इस दे सहयोग दे बिना ही होया है। ਇਹਦਾ कोई सहयोग लिया हालेलुया। हुण अगे जो होवेगा वो इस दे होश विच होवेगा। पहला होया बेहोशी विच, नवा जन्म किते होया बई बेहोशी विच, परिवर्तन किते होना है होश विच, होश विच होवेगा, होश विच होवेगा, वो है परिवर्तन। ਉਹਨੂੰ ਕੀ ਕਹਿੰਦੇ ਆ परिवर्तन। कौमा तौबा करो ते मुड़ो, तौबा करो ते मुड़ो। हुण तक जो कुछ होया उसका असर इस दे विचों दिसेगा। नवे जन्म विच हुण तक जो होया ना परिवर्तन दे विचों की होना है, शो होना शुरू होना, दिखना शुरू होना। मत्ती 5:4 पढ़ लो। इन्ना हिस्सा समझ आ गया सारे बाकी खुदा चाहूगा कि हूँ अभी क्लास होगी एतवार शाम, शनिवार दोपहर को भाजी के रामे भाजी के घर बनगी है और अपने सारे जिन्ने जने है इन्ने जने का खाना भी है 2 बजे। ठीक है जी, 2 बजे चेते रखना, 2 बजे खाना है। वो तो पहला 12 बजे बंदगी जी इतने रोजा प्रार्थना होती है, वो सारा बंदगी इन्होंने घर होगी रामे भाजी। ठीक है जी, शनिवार में। कल शुक्रवार है, कल शाम को 7 बजे बंदगी होनी है सिमी के घर। ये सारे इनवाइटेड है, हाँ सारे ने तुम उत्थे पहुंचना है। कितने भला सिमी के घर। सिमी तेरा नाम है सारा रटिया है सिमी उन्होंने मम्मी के घर, सिमी के डैडी के घर। हालेलुया। सो उत्थे अपना टाइम तुहाडे पहुंचण दा हैगा 6:30 बजे।
ਤਾਂ ਕਿ ਆਪਾਂ 7 ਵਜੇ ਪੂਰੀ ਬੰਦਗੀ ਸ਼ੁਰੂ ਕਰ ਦਈਏ। 6:30 ਵਜੇ ਤੁਸੀਂ ਚਾਹੇ ਸਾਡੇ ਕੋਲ ਆ ਜਾਓ, ਆਪਾਂ ਇਕੱਠੇ ਤੁਰ ਪਵਾਂਗੇ, ਚਾਹੇ ਰਾਮੀ ਭਾਈ ਉਹਨਾਂ ਦੇ ਘਰ ਕੋਲ ਆ ਜਾਓ, ਉੱਥੋਂ ਇਕੱਠੇ ਤੁਰ ਪਵਾਂਗੇ 6:30 ਵਜੇ ਪੂਰੇ। ਠੀਕ ਹੈ, ਸੋ ਪ੍ਰਾਰਥਨਾ ਕਰਦੇ। ਪ੍ਰਭੂ ਜੀ ਧੰਨਵਾਦ ਹੋ ਅੱਜ ਅੱਛੇ ਸਮੇਂ ਲਈ ਬੈਠ ਕੇ ਜਦੋਂ ਵਚਨ ਤੇ ਵਿਚਾਰ ਕੀਤਾ ਗਿਆ ਆ ਪ੍ਰਭੂ, ਨਵੇਂ ਜਨਮ ਦੀ ਕੰਡੀਸ਼ਨ ਨੂੰ ਅਸੀਂ ਦੇਖ ਰਹੇ ਹਾਂ ਖੁਦਾ, ਕਿੱਦਾਂ ਇੱਕ ਇਨਸਾਨ ਦੇ ਉੱਤੇ ਖੁਦਾ ਦਾ ਰਹਿਮ ਹੁੰਦਾ ਆ ਔਰ ਕਿਸ ਪ੍ਰਕਾਰ ਛੁਟਕਾਰੇ ਦਾ ਕੰਮ ਹੁੰਦਾ ਹੈ। ਪ੍ਰਭੂ ਮੈਂ ਪ੍ਰਾਰਥਨਾ ਕਰਦਾ ਇਹਨਾਂ ਚੀਜ਼ਾਂ ਨੂੰ ਬੜੀ ਗਹਿਰਾਈ ਨਾਲ ਲੋਕ ਲੈ ਲੈਣ ਔਰ ਆਪਣੇ ਜੀਵਨਾਂ 'ਚ ਗੰਭੀਰ ਹੋ ਜਾਣ। ਜਿੱਥੇ ਵੀ ਕੁਝ ਗੜਬੜ ਪਾਈ ਜਾਂਦੀ ਉਹਨੂੰ ਠੀਕ ਕਰ ਲੈਣ, ਕਿਉਂਕਿ ਮੌਕਾ ਬਾਅਦ 'ਚ ਹੈ ਨਹੀਂ, ਬਾਅਦ ਸਿਰਫ ਔਰ ਸਿਰਫ ਨਰਕ ਆ। ਔਰ ਖੁਦਾ ਨੂੰ ਕੋਈ ਵੀ ਜਾਨ ਉਹਦੇ ਵਿੱਚ ਪਹੁੰਚ ਨਾ ਜਾਵੇ। ਰਹਿਮ ਪ੍ਰਭੂ ਯਿਸੂ ਮਸੀਹ ਨਾਮ ਹੁਣ ਸਾਡੇ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਪ੍ਰਾਰਥਨਾ ਪਾਤਸ਼ਾਹ ਤੋਂ ਅੰਤਰਾ ਕੇ ਹਮੇਸ਼ਾ ਤੱਕ ਸਭ ਈਮਾਨਦਾਰਾਂ ਨੂੰ ਪਸੰਦ ਨਾਮ ਦੀ ਰਵੇ। ਆਮੀਨ। ਹਾਲੇਲੂਇਆ।